11ਵੀਂ ਜਮਾਤ ਦੀ 94ਵੀਂ ਪੰਜਾਬੀ ਵਿਸ਼ੇ ਦੀ ਕਵਿਤਾ ਵਾਲੀ ਕਿਤਾਬ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ। ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਦੀ ਜੋ ਰਚਨਾ ਹੈ ਉਸ ਨੂੰ ਆਪਾਂ ਪੜ੍ਹਾਂਗੇ, ਕਿਉਂਕਿ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਜਾਂ ਪਿਤਾਮਾ ਮੰਨਿਆ ਜਾਂਦਾ ਹੈ, ਜਿਸ ਨੇ ਕਿ ਅਜੋਕੀ ਪੰਜਾਬੀ ਕਵਿਤਾ ਸ਼ੁਰੂ ਕੀਤੀ। ਅਤੇ ਭਾਈ ਵੀਰ ਸਿੰਘ ਬਾਰੇ ਇੱਕ ਇਹ ਗੱਲ ਵੀ ਕਹਿਣੀ ਬੜੀ ਵਧੀਆ ਹੈ, ਜੇ ਤੁਸੀਂ ਆਪਣੇ ਪ੍ਰੀਖਿਆ ਦੇ ਵਿੱਚ ਪੇਪਰਾਂ ਦੇ ਵਿੱਚ ਜ਼ਿਆਦਾ ਚੰਗੇ ਅੰਕ ਲੈਣੇ ਚਾਹੁੰਦੇ ਹੋ ਤਾਂ ਇਹ ਵੀ ਜ਼ਰੂਰ ਲਿਖਿਓ ਕਿ ਭਾਈ ਵੀਰ ਸਿੰਘ ਜੋ ਕਿ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਹਨ, ਉਹਨਾਂ ਦੀ ਇਹ ਰਚਨਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਰਚਨਾ ਪਿੰਜਰੇ ਪਿਆ ਪੰਛੀ ਪੜ੍ਹਾਂਗੇ। ਇਸ ਤੋਂ ਬਾਅਦ ਦੋ ਰਚਨਾਵਾਂ ਹੋਰ ਤੁਹਾਡੀ ਪਾਠ ਪੁਸਤਕ ਦੇ ਵਿੱਚ ਹਨ, ਵੈਰੀ ਨਾਗ ਦਾ ਪਹਿਲਾ ਝਲਕਾ ਅਤੇ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਸੋ ਪਿੰਜਰੇ ਪਿਆ ਪੰਛੀ ਕਵਿਤਾ ਦੀ ਜੇ ਗੱਲ ਕਰੀਏ ਤਾਂ ਜਿਵੇਂ ਨਾਂ ਤੋਂ ਹੀ ਸਪਸ਼ਟ ਹੁੰਦਾ ਕਿ ਕਿਸੇ ਅਜਿਹੇ ਪੰਛੀ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਹੋਏਗਾ, ਸਾਹਿਤਕ ਜ਼ਿਕਰ ਹੋਏਗਾ ਜਿਹੜਾ ਕਿ ਪਿੰਜਰੇ ਦੇ ਵਿੱਚ ਕੈਦ ਹੈ। ਅਤੇ ਆਪਾਂ ਵੀ ਸਮਝ ਸਕਦੇ ਹਾਂ ਕਿ ਜਦੋਂ ਕਿਸੇ ਪੰਛੀ ਨੂੰ ਪਿੰਜਰੇ 'ਚ ਕੈਦ ਹੋਣਾ ਪਵੇ ਤਾਂ ਉਹ ਖੁਸ਼ ਹੋਵੇਗਾ ਜਾਂ ਉਦਾਸ ਹੋਵੇਗਾ। ਜੀ ਬਿਲਕੁਲ, ਕਿਉਂਕਿ ਉੱਡਣ ਵਾਲਾ ਪੰਛੀ ਹੈ ਜਿਹੜਾ ਕਿ ਖੁੱਲ੍ਹੇ ਆਕਾਸ਼ ਵਿੱਚ ਉਡਾਰੀਆਂ ਭਰਨਾ ਚਾਹੁੰਦਾ, ਤਾਂ ਪਿੰਜਰੇ ਦੇ ਵਿੱਚ ਬਹੁਤ ਮਜਬੂਰੀ ਦੇ ਵਿੱਚ ਦੁੱਖ ਘੁੱਟਣ ਦੇ ਵਿੱਚ ਉਹਨੂੰ ਕੈਦ ਹੋਣਾ ਪਿਆ ਹੋਵੇਗਾ। ਸੋ ਅਜਿਹੇ ਪੰਛੀ ਦੀ ਦਾਸਤਾਨ, ਅਜਿਹੇ ਪੰਛੀ ਦੀ ਜਿਹੜੀ ਦੁੱਖ ਦਰਦ ਬੇਚੈਨੀ ਹੈ ਉਸ ਨੂੰ ਜ਼ੁਬਾਨ ਦਿੱਤੀ ਹੈ ਭਾਈ ਵੀਰ ਸਿੰਘ ਨੇ ਆਪਣੀ ਇਸ ਰਚਨਾ ਦੇ ਵਿੱਚ। ਪਿੰਜਰੇ ਦੀ ਸਲੋਹਤ ਕਰਨ ਵਾਲੇ ਨੂੰ। ਸੋ ਪਹਿਲਾ ਸ਼ਬਦ ਆਉਂਦਾ ਸਲੋਹਤ। ਸਲੋਹਤ ਦਾ ਅਰਥ ਹੈ ਸਰਾਹਨਾ ਜਾਂ ਤਾਰੀਫ, ਪ੍ਰਸ਼ੰਸਾ ਜਾਂ ਵਡਿਆਈ। ਸੋ ਜੇ ਕੋਈ ਆਦਮੀ ਪਿੰਜਰੇ ਦੇ ਬਾਹਰ ਖੜ੍ਹਾ ਪਿੰਜਰੇ ਦੀ ਤਾਰੀਫ ਕਰ ਰਿਹਾ, ਉਹਦੇ ਵਿੱਚ ਕੈਦ ਪੰਛੀ ਦੀ ਤਾਰੀਫ ਕਰ ਰਿਹਾ, ਤਾਂ ਪੰਛੀ ਨੂੰ ਤਾਂ ਇਹ ਜਾਣ ਕੇ ਦੁੱਖ ਹੀ ਲੱਗਦਾ ਹੋਏਗਾ। ਉਹਨੂੰ ਉਸ ਤਾਰੀਫ ਦਾ ਕੀ, ਜਿਹਨੂੰ ਕਿ ਆਪਣੀ ਆਜ਼ਾਦੀ ਗਵਾਉਣੀ ਪੈ ਗਈ ਉਸ ਪਿੰਜਰੇ ਕਰਕੇ। ਸ਼ਾਇਦ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ। ਅਤੇ ਆਓ ਪਹਿਲਾਂ ਆਪਾਂ ਇਸ ਕਵਿਤਾ ਦਾ ਸਾਹਿਤਕ ਅਧਿਐਨ ਕਰਦੇ ਹਾਂ, ਇਸ ਨੂੰ ਪੜ੍ਹਦੇ ਹਾਂ। ਜ਼ਾਲਮ ਖੜਾ ਹਵਾ ਖੁੱਲ੍ਹੀ ਵਿੱਚ, ਆਖੇ ਪਿੰਜਰਾ ਸੋਹਣਾ, ਵਿੱਚ ਆ ਜਾਵੇਂ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਹਣਾ। ਪਰ ਤੋਂ ਹੀਣ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਜ਼ਾਲਮ ਨੂੰ ਰੰਗ ਸੋਹਣਾ ਲੱਗਾ, ਮਿੱਠੀ ਲੱਗੀ ਬਾਣੀ, ਵਾਹ ਵਾਹ ਕਦਰ ਗੁਣਾਂ ਦੀ ਪਾਈ, ਛਾ ਕੇ ਜਾਲੀ ਤਾਣੀ। ਪਕੜ ਪਿੰਜਰੇ ਪਾਏ ਵਿਛੋੜਿਆ, ਸਾਕ ਸਨਈਆਂ ਨਾਲੋਂ, ਭੱਠ ਪਏ ਇਹ ਕਦਰ ਤੁਹਾਡੀ, ਖੇ ਇਹ ਯਾਰੀ ਲਾਣੀ। ਸੋ ਇਸ ਤਰ੍ਹਾਂ ਅਸੀਂ ਇਹ ਕਵਿਤਾ ਪੜ੍ਹੀ, ਜਿਹਦੇ ਵਿੱਚ ਇੱਕ ਪੰਛੀ ਹੈ ਜਿਹੜਾ ਉਹ ਆਪਣੇ ਮਨ ਦੇ ਭਾਵ ਪ੍ਰਗਟ ਕਰਦਾ ਹੋਇਆ ਸੁਣਾਇਆ ਗਿਆ। ਸੋ ਜਦੋਂ ਵੀ ਕਿਸੇ ਪੰਛੀ ਜਾਂ ਪਸ਼ੂ ਜਾਂ ਕਿਸੇ ਬੇਜਾਨ ਚੀਜ਼ ਵੱਲੋਂ ਕੋਈ ਗੱਲ ਕਹੀ ਜਾਵੇ, ਕੁਝ ਬੋਲ ਕੇ ਬਿਆਨ ਕੀਤਾ ਜਾਵੇ, ਤਾਂ ਸਾਹਿਤ ਦੇ ਵਿੱਚ, ਕਵਿਤਾਵਾਂ ਦੇ ਵਿੱਚ, ਕਹਾਣੀਆਂ, ਨਾਵਲਾਂ 'ਚ ਇਸ ਸ਼ੈਲੀ ਨੂੰ ਕਿਹਾ ਜਾਂਦਾ ਕਿ ਇਹਦੇ ਵਿੱਚ ਅਸੀਂ ਮਾਨਵੀਕਰਨ ਕੀਤਾ ਹੋਇਆ। ਜਿਵੇਂ ਮਾਨਵ ਬੋਲਦੇ ਨੇ, ਪੰਛੀ ਉਸ ਤਰ੍ਹਾਂ ਤਾਂ ਨਹੀਂ ਬੋਲਦੇ। ਸੋ ਸਾਨੂੰ ਉਹਨਾਂ ਦੀਆਂ ਗੱਲਾਂ ਨਹੀਂ ਸਮਝ ਆਉਂਦੀਆਂ, ਪਰ ਜਦੋਂ ਅਸੀਂ ਇਹ ਕਵਿਤਾ ਪੜ੍ਹਦੇ ਹਾਂ ਤਾਂ ਸਾਨੂੰ ਇਉਂ ਲੱਗਦਾ ਜਿਵੇਂ ਕੋਈ ਮਾਨਵ ਜਾਂ ਮਨੁੱਖ ਆਪਣਾ ਦੁੱਖ ਦੱਸ ਰਿਹਾ ਹੋਵੇ। ਇਸ ਕਰਕੇ ਇਹ ਵੀ ਕਹਿਣਾ ਬਹੁਤ ਜ਼ਰੂਰੀ ਹੈ, ਕੇਂਦਰੀ ਭਾਵ 'ਚ ਤੁਸੀਂ ਜ਼ਿਕਰ ਕਰਿਓ ਕਿ ਇਸ ਕਵਿਤਾ ਵਿੱਚ ਪੰਛੀ ਦਾ ਮਾਨਵੀਕਰਨ ਕੀਤਾ ਹੋਇਆ, ਕਿ ਉਹ ਮਾਨਵ ਜਾਂ ਮਨੁੱਖ ਦੀ ਤਰ੍ਹਾਂ ਆਪਣੇ ਮਨ ਦੇ ਭਾਵ ਪੇਸ਼ ਕਰ ਰਿਹਾ। ਸੋ ਇਹ ਰਚਨਾ ਦੇ ਜੇ ਆਪਾਂ ਪਹਿਲੇ ਪਹਿਰੇ ਦੀ ਗੱਲ ਕਰਦੇ ਹਾਂ ਤਾਂ ਕੁਝ ਔਖੇ ਸ਼ਬਦਾਂ ਦੇ ਮੈਂ ਤੁਹਾਨੂੰ ਅਰਥ ਦੱਸਦੀ ਹਾਂ, ਅਤੇ ਉਸ ਤੋਂ ਬਾਅਦ ਆਪਾਂ ਇਹਦੀ ਪ੍ਰਸੰਗ ਵਿਆਖਿਆ ਅਤੇ ਫਿਰ ਕੇਂਦਰੀ ਭਾਵ ਵੀ ਕਰਾਂਗੇ। ਜ਼ਾਲਮ। ਜ਼ਾਲਮ ਅਤਿਆਚਾਰੀ ਜਾਂ ਨਿਰਦਈ। ਮਨਮੋਹਣਾ, ਲੁਭਾਵਣਾ, ਆਕਰਸ਼ਕ, ਖਿੱਚ ਪਾਊ। ਪਰ, ਖੰਭ, ਹੀਣ, ਸੱਖਣਾ। ਧਰਾ, ਧਰਤੀ। ਉੱਡਣ ਹਾਰੇ, ਉੱਡਣ ਵਾਲੇ। ਜਿੰਦ ਕੋਣਾ, ਜਿੰਦ ਨੂੰ ਤੰਗ ਕਰਨ ਵਾਲਾ, ਪਰੇਸ਼ਾਨ ਕਰਨ ਵਾਲਾ। ਬਾਣੀ, ਬੋਲੀ। ਜਾਲੀ ਤਾਣੀ, ਜਾਲ ਵਿਛਾਇਆ।
ਸਾਕ ਸਨਈਆਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ। ਭੱਠ ਪਏ, ਖਤਮ ਹੋਵੇ, ਸੜ ਜਾਵੇ। ਖੇ, ਮਿੱਟੀ, ਪਰ ਇੱਥੇ ਦਾ ਮਤਲਬ ਹੈ ਕਿ ਬਿਲਕੁਲ ਨਾਕਸ, ਕੋਈ ਫਾਇਦਾ ਨਹੀਂ, ਬੇਕਾਰ, ਬੁਰੀ, ਮਿੱਟੀ 'ਚ ਪੈਣ ਵਾਲੀ। ਯਾਰੀ, ਦੋਸਤੀ। ਸੋ ਇਹ ਹਨ ਔਖੇ ਸ਼ਬਦਾਂ ਦੇ ਅਰਥ, ਜਾਂ ਕਹਿ ਲਓ ਜਿਹੜੇ ਸ਼ਬਦ ਸਾਡੇ ਲਈ ਸ਼ਾਇਦ ਕੁਝ ਨਵੇਂ ਹੋਣਗੇ। ਆਪਾਂ ਔਖੇ ਨਹੀਂ ਕਹਾਂਗੇ ਕਿਉਂਕਿ ਇਹ ਸ਼ਬਦ ਵੀ ਬਿਲਕੁਲ ਢੁਕਵੇਂ ਆ ਇਸ ਕਵਿਤਾ ਦੇ ਮੁਤਾਬਿਕ। ਹੁਣ ਇਸ ਦੇ ਆਧਾਰ 'ਤੇ ਮੈਂ ਛੋਟੇ ਛੋਟੇ ਸਵਾਲ ਤੁਹਾਨੂੰ ਕਰੂੰਗੀ, ਉਹਦੇ ਆਧਾਰ 'ਤੇ ਆਪਾਂ ਅੱਗੇ ਫਿਰ ਇਸ ਨੂੰ ਸਮਝਾਂਗੇ। ਪਿੰਜਰੇ ਵਿੱਚ ਕੌਣ ਕੈਦ ਹੈ? ਪੰਛੀ। ਬਿਲਕੁਲ ਸਹੀ। ਉਹ ਆਦਮੀ ਪੰਛੀ ਦੇ ਕਿਹੜੇ ਗੁਣਾਂ ਦੀ ਤਾਰੀਫ ਕਰਦਾ ਹੈ? ਜੀ ਇਹਦੇ ਲਈ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ ਪਏਗਾ ਪਰ ਜੀ। ਉਹ ਤਾਰੀਫ ਕਰਦਾ ਹੈ ਸੋਹਣੇ ਰੰਗ ਦੀ ਤੇ ਪੰਛੀ ਦੀ ਮਿੱਠੀ ਬੋਲੀ ਦੀ। ਕੀ ਪੰਛੀ ਨੂੰ ਪਿੰਜਰੇ 'ਚ ਪੈਣਾ ਪਸੰਦ ਹੈ? ਬਿਲਕੁਲ ਨਹੀਂ। ਪੰਛੀ ਨੂੰ ਪਿੰਜਰੇ 'ਚ ਪੈ ਕੇ ਕਿੰਨਾ ਤੋਂ ਵਿਛੜਨਾ ਪਿਆ? ਬਿਲਕੁਲ ਸਹੀ, ਉਸਦੇ ਰਿਸ਼ਤੇਦਾਰ, ਸਾਥੀ। ਸੋ ਪੰਛੀ ਵੀ ਆਪਣੇ ਨਾਲਦਿਆਂ ਨਾਲ, ਸਾਥੀਆਂ ਨਾਲ ਰਲ ਕੇ ਆਜ਼ਾਦੀ ਨਾਲ ਉੱਡਣਾ ਘੁੰਮਣਾ ਚਾਹੁੰਦਾ ਹੈ। ਉਸ ਦੇ ਖੰਭ ਨੇ, ਸੋ ਉਹਦਾ ਮਨ ਕਰਦਾ ਹੈ ਉੱਡਣ ਨੂੰ, ਪਰ ਜਿਹੜਾ ਇਹ ਪਿੰਜਰੇ ਦੇ ਬਾਹਰ ਖੜਾ ਆਦਮੀ ਹੈ ਇਸ ਦੇ ਖੰਭ ਨਹੀਂ ਹੈਗੇ, ਇਸ ਨੂੰ ਉੱਡਣ ਦੀ ਤਾਂ ਆਦਤ ਹੈ ਨਹੀਂ। ਸੋ ਇਹ ਪੰਛੀ ਦਾ ਦਰਦ ਸਮਝ ਹੀ ਨਹੀਂ ਸਕਦਾ ਕਿ ਇੱਕ ਉੱਡਣ ਵਾਲੇ ਪੰਛੀ ਲਈ ਪਿੰਜਰੇ 'ਚ ਪੈਣਾ, ਗੁਲਾਮੀ ਝੱਲਣੀ ਕਿੰਨੀ ਕੁ ਬੁਰੀ ਹੋ ਸਕਦੀ ਹੈ। ਹੁਣ ਆਪਾਂ ਜੇ ਪ੍ਰਸੰਗ ਵਿਆਖਿਆ ਦੀ ਗੱਲ ਕਰੀਏ ਬੱਚਿਓ, ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦੇਵਾਂ ਪ੍ਰਸੰਗ ਵਧੀਆ ਢੰਗ ਨਾਲ ਲਿਖਣ ਦਾ ਕੀ ਤਰੀਕਾ। ਇਸ ਦੇ ਵਿੱਚ ਅਸੀਂ ਕੁਝ ਕੱਕਿਆਂ ਦੀ ਗੱਲ ਕਰਦੇ ਹਾਂ। 4-5 ਕੱਕੇ ਆ ਜਿਨ੍ਹਾਂ ਦਾ ਅਸੀਂ ਜਵਾਬ ਦੇਣਾ। ਪਹਿਲਾ ਕੱਕਾ ਹੈ ਕਵੀ ਦਾ ਨਾਂ, ਦੂਸਰਾ ਕੱਕਾ ਕਿਤਾਬ ਦਾ ਨਾਂ, ਤੀਸਰਾ ਕਵਿਤਾ ਦਾ ਨਾਂ, ਚੌਥਾ ਕੱਕਾ ਹੈ ਕਿ ਸ਼ਬਦ ਕਿਸ ਨੇ ਕਿਸ ਨੂੰ ਤੇ ਕਿਉਂ ਕਹੇ। 3 ਇਹ ਕੱਕੇ ਹੋ ਗਏ, ਚੌਥਾ, ਪੰਜਵਾਂ, ਛੇਵਾਂ। ਸੋ ਜੇ ਆਪਾਂ ਇਹਨੂੰ ਰਿਵਾਈਜ਼ ਕਰੀਏ ਤਾਂ ਸਾਡੇ ਪ੍ਰਸੰਗ ਵਿੱਚ 6 ਗੱਲਾਂ ਜ਼ਰੂਰੀ ਹਨ। ਸਭ ਤੋਂ ਪਹਿਲੀ ਕਿਤਾਬ, ਕਵੀ, ਕਵਿਤਾ, ਸ਼ਬਦ ਕਿਸ ਵੱਲੋਂ ਕਿਸ ਨੂੰ, ਕਦ, ਕਿਵੇਂ, ਕਿਉਂ ਕਹੇ ਗਏ। ਸੋ ਇਸ ਤਰ੍ਹਾਂ ਦੇ ਅਸੀਂ ਸਵਾਲਾਂ ਦੇ ਜਵਾਬ ਪ੍ਰਸੰਗ ਵਿੱਚ ਦੇਣੇ ਹਨ। ਤੇ ਵਿਆਖਿਆ ਦੇ ਵਿੱਚ ਅਸੀਂ ਇਹਨਾਂ ਕਵਿਤਾ ਦੀਆਂ ਸਤਰਾਂ ਦੀ ਵਿਆਖਿਆ ਕਰ ਦੇਣੀ ਹੈ, ਉਹਨਾਂ ਦਾ ਵਿਸਥਾਰ ਦੇ ਦੇਣਾ, ਬਿਆਨ ਕਰ ਦੇਣਾ, ਆਪਣੇ ਸ਼ਬਦਾਂ ਦੇ ਵਿੱਚ ਸੌਖਾ ਜਿਹਾ ਕਰਕੇ ਉਹਨਾਂ ਦਾ ਅਰਥ ਸਮਝਾ ਦੇਣਾ। ਇਸ ਤਰ੍ਹਾਂ ਨਾਲ ਅਸੀਂ ਸੌਖੇ ਤਰੀਕੇ ਨਾਲ ਪ੍ਰਸੰਗ ਵਿਆਖਿਆ ਕਰ ਸਕਦੇ ਹਾਂ। ਅਗਰ ਅਸੀਂ ਜ਼ਿਆਦਾ ਅੰਕ ਲੈਣੇ ਚਾਹੁੰਦੇ ਹਾਂ, ਜ਼ਿਆਦਾ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਾਂ ਤਾਂ ਇੱਕ ਕੰਮ ਹੋਰ ਕਰਿਓ, ਪ੍ਰਸੰਗ ਲਿਖ ਲਿਓ, ਵਿਆਖਿਆ ਲਿਖ ਲਿਓ ਤੇ ਉਸ ਤੋਂ ਬਾਅਦ 1-2 ਸਤਰਾਂ ਇਹ ਵੀ ਲਿਖਿਓ ਕਿ ਇਹ ਕਵਿਤਾ ਦਾ ਪੈਰਾ ਸਾਡੇ ਸਮਾਜ ਵਿੱਚ ਜਾਂ ਸਾਡੀ ਅੱਜ ਦੀ ਜ਼ਿੰਦਗੀ ਵਿੱਚ ਵੀ ਕਿੰਨਾ ਕੁ ਮਹੱਤਵਪੂਰਨ ਆ। ਇਹ ਕਵਿਤਾ ਦਾ ਪੈਰਾ ਪੰਜਾਬੀ ਕਵਿਤਾ ਦੇ ਵਿੱਚ ਜਾਂ ਉਸ ਕਵੀ ਦੀਆਂ ਕਵਿਤਾਵਾਂ ਦੇ ਵਿੱਚ ਕਿੰਨਾ ਕੁ ਪ੍ਰਸਿੱਧ ਹੋਇਆ, ਕਿੰਨਾ ਕੁ ਮਹਾਨ ਬਣਿਆ। ਜਿਵੇਂ ਅਸੀਂ ਇਸ ਕਿਤਾਬ ਦੀ ਗੱਲ ਕਰਦੇ ਹਾਂ ਤਾਂ ਇਹਦਾ ਨਾਂ ਹੈ, ਦੱਸੋ, ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ। ਇਸ ਦੇ ਕਵੀ ਦਾ ਨਾਂ, ਸੋ ਕਵੀ ਦਾ ਨਾਂ ਹੈ ਭਾਈ ਵੀਰ ਸਿੰਘ, ਜੋ ਕਿ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ। ਕਵਿਤਾ ਦਾ ਨਾਂ ਪਿੰਜਰੇ ਪਿਆ ਪੰਛੀ। ਇਹ ਕਵਿਤਾ ਕਿਸ ਵੱਲੋਂ ਬੋਲੀ ਗਈ ਹੈ? ਇੱਕ ਪਿੰਜਰੇ ਵਿੱਚ ਕੈਦ ਪੰਛੀ ਵੱਲੋਂ। ਕਿਸ ਨੂੰ ਸੰਬੋਧਿਤ ਹੈ ਜੀ? ਸ਼ਬਦ ਕਿਸ ਨੇ? ਪੰਛੀ ਨੇ। ਕਿਸ ਨੂੰ? ਇੱਕ ਜ਼ਾਲਮ ਆਦਮੀ ਨੂੰ ਕਹੇ। ਕਦੋਂ ਕਹੇ? ਜਦੋਂ ਉਹ ਆਦਮੀ ਪਿੰਜਰੇ 'ਚ ਪਏ ਪੰਛੀ ਦੀ ਤਾਰੀਫ ਕਰਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਸਾਡਾ ਪ੍ਰਸੰਗ ਹੋਏਗਾ। ਅੱਗੋਂ ਵਿਆਖਿਆ ਦੀ ਜੇ ਗੱਲ ਕਰੀਏ ਤਾਂ ਪਹਿਲੇ ਪੈਰੇ ਦੀ ਵਿਆਖਿਆ ਹੈ ਕਿ ਪਿੰਜਰੇ ਦੇ ਵਿੱਚ ਕੈਦ ਗੁਲਾਮ ਪੰਛੀ ਪਿੰਜਰੇ ਦੀ ਤਾਰੀਫ ਕਰਨ ਵਾਲੇ ਜ਼ਾਲਮ ਦਿਲ, ਕਠੋਰ, ਪੱਥਰ ਚਿੱਤ ਆਦਮੀ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਤਾਰੀਫ ਨਾ ਕਰੇ ਬਲਕਿ ਉਸ ਦਾ ਦਰਦ ਸਮਝੇ। ਉੱਡਣ ਵਾਲੇ ਪੰਛੀ ਨੂੰ ਇਹ ਪਿੰਜਰਾ ਇੱਕ ਗੁਲਾਮੀ ਜਾਂ ਕੈਦ ਦਾ ਪ੍ਰਤੀਕ ਹੈ। ਅਗਰ ਉਸ ਆਦਮੀ ਨੂੰ ਪਿੰਜਰੇ ਦੇ ਵਿੱਚ ਆ ਕੇ ਰਹਿਣਾ ਪਵੇ ਫਿਰ ਇਹ ਪੰਛੀ ਉਹਨੂੰ ਸਵਾਲ ਕਰੇ ਕਿ ਕੀ ਹੁਣ ਉਹ ਸੌਖਾ ਹੈ? ਪਿੰਜਰੇ ਦੇ ਵਿੱਚ ਉਹਨੂੰ ਰਹਿਣਾ ਸੌਖਾ ਲੱਗ ਰਿਹਾ ਹੈ?
ਬਾਹਰ ਖੜ੍ਹ ਕੇ ਤਾਰੀਫ ਕਰਨ ਦਾ ਕੋਈ ਫਾਇਦਾ ਨਹੀਂ। ਦੂਸਰੇ ਪੈਰੇ ਵਿੱਚ ਉਸ ਜ਼ਾਲਮ ਆਦਮੀ ਬਾਰੇ ਪੰਛੀ ਦੱਸਦਾ ਹੈ ਕਿ ਉਹਨੂੰ ਉਹਦਾ ਰੰਗ ਤੇ ਬੋਲੀ ਚੰਗੀ ਲੱਗੀ, ਪਰ ਉਹਨੇ ਉਸ ਨੂੰ ਉਸ ਦੇ ਗੁਣਾਂ ਦੀ ਕਦਰ ਨਹੀਂ ਪਾਈ। ਉਹ ਨਾ ਗੁਣਾਂ ਕਰਕੇ ਤਾਂ ਉਸ ਨੂੰ ਕੈਦ ਕਰ ਦਿੱਤਾ ਅਤੇ ਉਹਦੇ ਸਾਥੀਆਂ ਨਾਲੋਂ ਵਿਛੋੜ ਦਿੱਤਾ। ਅਜਿਹੀ ਕਦਰ ਹੈ ਜਿਹੜੀ ਉਹ ਪੰਛੀ ਨੂੰ ਬੁਰੀ ਲੱਗਦੀ ਹੈ। ਉਹ ਚਾਹੁੰਦਾ ਕਿ ਇਹੋ ਜਿਹੀ ਕਦਰ ਤਾਂ ਮੱਚ ਜਾਵੇ, ਸੜ ਜਾਵੇ। ਕੀ ਅਜਿਹੀ ਕਦਰ ਕਰਨ ਦਾ ਫਾਇਦਾ ਜਿਹਦੇ ਵਿੱਚ ਕਿ ਪੰਛੀ ਨੂੰ ਉਸ ਦੇ ਗੁਣਾਂ ਕਰਕੇ ਹੀ ਕੈਦ ਕੀਤਾ ਜਾ ਰਿਹਾ। ਸੋ ਜੇ ਆਪਾਂ ਇਸ ਦੇ ਕੇਂਦਰੀ ਭਾਵ 'ਤੇ ਨਜ਼ਰ ਮਾਰਨੀ ਹੋਵੇ ਤਾਂ ਉਹ ਕੁਝ ਇਸ ਤਰ੍ਹਾਂ ਹੋਏਗਾ। ਪਿੰਜਰੇ ਪਿਆ ਪੰਛੀ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਭਾਈ ਵੀਰ ਸਿੰਘ ਦੀ ਇੱਕ ਬਹੁਤ ਹੀ ਸੂਖਮ ਭਾਵੀ ਰਚਨਾ ਹੈ। ਇਸ ਵਿੱਚ ਪਿੰਜਰੇ ਵਿੱਚ ਕੈਦ ਕੀਤੇ ਗਏ ਇੱਕ ਗੁਲਾਮ ਪੰਛੀ ਦਾ ਮਾਨਵੀਕਰਨ ਕਰਕੇ ਭਾਈ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿ ਪੰਛੀਆਂ ਨੂੰ ਕਦੇ ਵੀ ਗੁਲਾਮ ਨਹੀਂ ਬਣਾਉਣਾ ਚਾਹੀਦਾ, ਸਗੋਂ ਹਰ ਇੱਕ ਜੀਵ ਦੀ ਆਜ਼ਾਦੀ ਬਹਾਲ ਰੱਖਣੀ ਚਾਹੀਦੀ ਹੈ। ਪੰਛੀ ਦੀ ਸੁੰਦਰਤਾ ਅਤੇ ਉਸ ਦੇ ਗੁਣਾਂ ਦੀ ਕਦਰ ਕਰਨੀ ਚਾਹੀਦੀ ਹੈ, ਬਜਾਏ ਇਸ ਦੇ ਕਿ ਉਸ ਨੂੰ ਕੈਦ ਕਰ ਲਿਆ ਜਾਵੇ। ਸੋ ਇਹ ਰਚਨਾ ਸਾਨੂੰ ਕੁਦਰਤ ਅਤੇ ਪਸ਼ੂ ਪੰਛੀਆਂ ਪ੍ਰਤੀ ਪਿਆਰ ਤੇ ਹਮਦਰਦੀ ਭਰਿਆ ਵਤੀਰਾ ਰੱਖਣ ਦੀ ਸੇਧ ਦਿੰਦੀ ਹੈ।